ਜੇਕਰ 2-2 ਹਜ਼ਾਰ ਰੁਪਏ ਦੇ ਨੋਟ ਤੁਹਾਡੇ ਸਾਹਮਣੇ ਪਏ ਹੋਣ ਤਾਂ ਤੁਸੀਂ ਕੀ ਕਰੋਗੇ? ਉਹ ਨੋਟਾਂ ਦੀ ਗਿਣਤੀ 1-2 ਨਹੀਂ ਸਗੋਂ ਹਜ਼ਾਰਾਂ ਦੇ ਵਿੱਚ ਹੋਵੇ ਤਾਂ ਹਰ ਕੋਈ ਉਹ ਪੈਸਾ ਚੁੱਕਣਾ ਚਾਹੇਗਾ। ਪਰ ਦਿੱਲੀ ਦੇ ਹਸਪੀਟਲ ਦੇ ਵਿੱਚ ਇੰਜ ਹੀ ਕਰੋੜਾਂ ਰੁਪਇਆ ਫਰਸ਼ਾਂ ਦੇ ਉੱਤੇ ਰੋਲਦਾ ਰਿਹਾ, ਪਰ ਕਿਸੇ ਦੀ ਹਿੰਮਤ ਨਹੀਂ ਪਈ ਉਸ ਪੈਸੇ ਨੂੰ ਹੱਥ ਲਗਾਉਣ ਦੀ। ਅਜਿਹਾ ਕੀ ਹੋਇਆ? ਤੁਸੀਂ ਵੀ ਸੁਣ ਕੇ ਆਪਣੇ ਸਾਰੇ ਕੰਮ ਛੱਡ ਕੇ ਸੁੰਨ ਪੈ ਜਾਓਗੇ। ਸੁਧਾਂਸ਼ੂ ਗੋਇਲ ਦਿੱਲੀ ਦੇ ਕਨੌਟ ਪਲੇਸ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਟੈਕਸਟਾਈਲ ਦਾ ਕਾਰੋਬਾਰ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ। ਸੁਧਾਂਸ਼ੂ ਦੇ ਪਿਤਾ ਪਹਿਲਾਂ ਅਫਰੀਕਾ ਦੇ ਵਿੱਚ ਕਾਰੋਬਾਰ ਕਰਦੇ ਸੀ, ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਟੈਕਸਟਾਈਲ ਦਾ ਕੰਮ ਦਿੱਲੀ ਦੇ ਵਿੱਚ ਹੀ ਸ਼ੁਰੂ ਕਰ ਲਿਆ। ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਦਾ ਨਾਮ ਵਿਦੇਸ਼ਾਂ ਦੇ ਵਿੱਚ ਚੱਲਣ ਲੱਗਿਆ। ਸਨ 2005 ਦੇ ਵਿੱਚ ਸੁਧਾਂਸ਼ੂ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਸੁਧਾਂਸ਼ੂ ਉਹਨਾਂ ਦਾ ਇਕੱਲਾ ਇੱਕ ਵਾਰਸ ਸੀ, ਜਿਸ ਤੋਂ ਬਾਅਦ ਹੁਣ ਅਰਬਾਂ ਦੀ ਜਾਇਦਾਦ ਦਾ ਵਾਰਿਸ ਉਹ ਇਕੱਲਾ ਹੀ ਸੀ। ਹੁਣ ਉਸਨੇ ਆਪਣੇ ਪਿਤਾ ਦਾ ਕਾਰੋਬਾਰ ਤਾਂ ਸਾਂਭ ਲਿਆ, ਪਰ ਆਪਣੇ ਪਿਤਾ ਵਰਗੀ ਹਲੀਮੀ ਤੇ ਦਿਆਲੂ ਸੁਭਾਅ ਉਹ ਪ੍ਰਾਪਤ ਨਾ ਕਰ ਸਕਿਆ। ਜਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਉਸ ਦੇ ਪਿਤਾ ਨੇ ਇਹ ਕਾਰੋਬਾਰ ਖੜਾ ਕੀਤਾ ਸੀ, ਜਿੰਨੇ ਵੱਡੇ ਦਿਲ ਦੇ ਨਾਲ ਉਸ ਦੇ ਪਿਤਾ ਨੇ ਆਪਣੇ ਕਾਮੇ ਰੱਖੇ ਹੋਏ ਸੀ, ਇਹ ਸਭ ਕੁਝ ਸੁਧਾਂਸ਼ੂ ਆਪਣੇ ਪਿਤਾ ਦੇ ਕੋਲੋਂ ਲੈ ਨਾ ਸਕਿਆ। ਪਰ ਇਸ ਸਭ ਦੇ ਨਾਲ ਉਸ ਦੇ ਕਾਰੋਬਾਰ ਦੇ ਉੱਤੇ ਕੋਈ ਫਰਕ ਨਹੀਂ ਪਿਆ। ਸੁਧਾਂਸ਼ੂ ਨੇ ਆਪਣੇ ਵਰਕਰਾਂ ਦੀ ਸੁਣਵਾਈ ਬੰਦ ਕਰ ਦਿੱਤੀ ਅਤੇ ਹਰ ਕੋਈ ਉਸ ਦੇ ਵਰਤਾਵ ਤੋਂ ਪਰੇਸ਼ਾਨ ਰਹਿਣ ਲੱਗਿਆ। ਇਸੇ ਤਰ੍ਹਾਂ ਉਹਨਾਂ ਦੀ ਮਿਲ ਦੇ ਵਿੱਚ ਸਭ ਤੋਂ ਪੁਰਾਣਾ ਬੰਦਾ ਮਥੁਰਾ ਦਾਸ, ਜੋ ਕਿ ਉਸ ਦੇ ਪਿਤਾ ਦਾ ਬਹੁਤ ਹੀ ਖਾਸ ਸੀ, ਇੱਕ ਦਿਨ ਸੁਧਾਂਸ਼ੂ ਦੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਉਸ ਦੀ ਇੱਕੋ ਇੱਕ ਲੜਕੀ ਹੈ, ਕੁਝ ਸਮੇਂ ਤੋਂ ਬਹੁਤ ਬਿਮਾਰ ਚੱਲਦੀ ਆ ਰਹੀ ਹੈ। ਉਸ ਦੀ ਜ਼ਿਆਦਾਤਰ ਪੂੰਜੀ ਖਤਮ ਹੋ ਚੁੱਕੀ ਹੈ ਤੇ ਹੁਣ ਉਹ ਹੋਰ ਪੈਸੇ ਉਸ ਦੇ ਉੱਤੇ ਨਹੀਂ ਖਰਚ ਸਕਦਾ। ਉਸਨੇ ਸੁਧਾਂਸ਼ੂ ਨੂੰ ਆਪਣੀ ਲੜਕੀ ਦੇ ਇਲਾਜ ਵਾਸਤੇ ਕਿਹਾ, ਪਰ ਸੁਧਾਂਸ਼ੂ ਕਿਸੇ ਹੋਰ ਹੀ ਨਸ਼ੇ ਦੇ ਵਿੱਚ ਚੂਰ ਸੀ ਤੇ ਮਥੁਰਾ ਦਾਸ ਨੂੰ ਕਹਿਣ ਲੱਗਿਆ ਕਿ ਮੈਂ ਇਹ ਸਭ ਪੈਸਾ ਤੁਹਾਡੇ ਵਰਗਿਆਂ ਦੇ ਇਲਾਜ ਦੇ ਲਈ ਨਹੀਂ ਕਮਾ ਰਿਹਾ, ਤੇ ਬੇਇੱਜ਼ਤ ਕਰਕੇ ਉਸ ਨੂੰ ਆਪਣੇ ਦਫ਼ਤਰ ਦੇ ਵਿੱਚੋਂ ਕੱਢ ਦਿੱਤਾ। ਹੁਣ ਸਮੇਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿਸ ਵੇਲੇ ਕਿਸ ਦੇ ਮੂੰਹੋਂ ਕਿਹੜੀ ਘੜੀ ਮਾੜਾ ਸ਼ਬਦ ਜਾਂ ਫਿਰ ਮਾੜੀ ਹਾਏ ਨਿਕਲ ਜਾਵੇ, ਜੋ ਕਿ ਧੁਰ ਦਰਗਾਹ ਜਾ ਕੇ ਸੁਣੀ ਜਾਂਦੀ ਹੈ, ਇਹ ਕੋਈ ਨਹੀਂ ਜਾਣਦਾ। ਅਜਿਹਾ ਹੀ ਕੁਝ ਹੁਣ ਸੁਧਾਂਸ਼ੂ ਦੇ ਨਾਲ ਹੋਣ ਜਾ ਰਿਹਾ ਸੀ। ਸਮੇਂ ਉੱਪਰ ਇਲਾਜ ਨਾ ਹੋਣ ਕਾਰਨ ਮਥੁਰਾ ਦਾਸ ਦੀ ਲੜਕੀ ਹੋਰ ਵੀ ਸੀਰੀਅਸ ਹੋ ਗਈ ਤੇ ਬਿਨਾਂ ਇਲਾਜ ਘਰੇ ਹੀ ਤੜਫਦੀ ਰਹੀ। ਕੁਝ ਸਮੇਂ ਬਾਅਦ ਸੁਧਾਂਸ਼ੂ ਦਾ ਵੀ ਵਿਆਹ ਹੋਇਆ। ਪੂਰੀ ਦਿੱਲੀ ਦੇ ਵਿੱਚ ਉਸ ਵਿਆਹ ਦੇ ਚਰਚੇ ਸੀ, ਕਿਉਂਕਿ ਕਰੋੜਾਂ ਰੁਪਏ ਦਾ ਵਿਆਹ ਮੰਨਿਆ ਜਾਂਦਾ ਹੈ। ਜਿਸ ਵਿਆਹ ਦੇ ਵਿੱਚ ਡੈਕੋਰੇਸ਼ਨ ਦੇ ਉੱਤੇ ਪਤਾ ਨਹੀਂ ਕਿੰਨੇ ਕਰੋੜਾਂ ਦਾ ਖਰਚਾ ਆਇਆ ਸੀ। ਬੜੇ ਹੀ ਦੁੱਖ ਵਾਲੀ ਗੱਲ ਹੈ ਕਿ ਇੱਧਰ ਬੇਫਜ਼ੂਲ ਕਰੋੜਾਂ ਰੁਪਏ ਲੋਕਾਂ ਦੇ ਪੈਰਾਂ ਦੇ ਵਿੱਚ ਰੁਲ ਰਹੇ ਸੀ ਤੇ ਉਧਰ ਉਸੇ ਦਿਨ ਹੀ ਮਥੁਰਾ ਦਾਸ ਦੀ ਲੜਕੀ ਨੇ ਬਿਮਾਰੀ ਦੇ ਨਾਲ ਤੜਫ ਕੇ ਆਪਣੇ ਘਰ ਦੇ ਵਿੱਚ ਹੀ ਆਪਣੇ ਪ੍ਰਾਣ ਛੱਡ ਦਿੱਤੇ। ਲੱਖਾਂ ਰੁਪਇਆ ਨੱਚਦੇ ਬਰਾਤੀਆਂ ਦੇ ਉੱਪਰੋਂ ਵਾਰ ਦਿੱਤਾ ਗਿਆ ਤੇ ਪੈਸਾ ਉਹਨਾਂ ਦੇ ਪੈਰਾਂ ਦੇ ਵਿੱਚ ਰੋਲਦਾ ਰਿਹਾ। ਇਹ ਉਹੀ ਪੈਸਾ ਹੈ ਜੋ ਸੁਧਾਂਸ਼ੂ ਨੇ ਕਿਹਾ ਸੀ ਕਿ ਇਹ ਮੈਂ ਤੁਹਾਡੇ ਵਰਗਿਆਂ ਦੇ ਇਲਾਜ ਦੇ ਲਈ ਨਹੀਂ ਕਮਾ ਰਿਹਾ। ਜੇਕਰ ਉਹ ਬਰਾਤੀਆਂ ਉੱਪਰ ਵਾਰੇ ਗਏ ਪੈਸਿਆਂ ਦਾ 10% ਵੀ ਮਥੁਰਾ ਦਾਸ ਨੂੰ ਮਿਲ ਜਾਂਦਾ ਤੇ ਸ਼ਾਇਦ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਦੀ ਇਕਲੌਤੀ ਲੜਕੀ ਬਚ ਜਾਂਦੀ ਤੇ ਅੱਜ ਉਹ ਜਿਉਂਦੀ ਹੁੰਦੀ। ਉਸ ਵੇਲੇ ਇੱਕ ਹਾਏ ਉਸ ਮਥੁਰਾ ਦਾਸ ਨੇ ਸੁਧਾਂਸ਼ੂ ਦੇ ਨਾਮ ਤੇ ਮਾਰੀ, ਜੋ ਕਿ ਧੁਰ ਦਰਗਾਹ ਦੇ ਵਿੱਚ ਜਾ ਕੇ ਪ੍ਰਵਾਨ ਹੋ ਗਈ। ਸੁਧਾਂਸ਼ੂ ਦੇ ਵਿਆਹ ਨੂੰ ਹਾਲੇ 2 ਮਹੀਨੇ ਹੀ ਹੋਏ ਸੀ। ਉਹ ਆਪਣੀ ਪਤਨੀ ਦੇ ਨਾਲ ਵਿਦੇਸ਼ ਘੁੰਮ ਕੇ ਵਾਪਸ ਆਇਆ ਤੇ ਘਰ ਵਾਪਸ ਆਉਂਦਿਆਂ ਹੀ ਉਸ ਨੂੰ ਕੁਝ ਤਕਲੀਫ ਸ਼ੁਰੂ ਹੋਈ ਤੇ ਹੌਲੀ-ਹੌਲੀ ਉਹ ਤਕਲੀਫ ਵਧਦੀ ਰਹੀ ਤੇ ਜਦੋਂ ਟੈਸਟ ਕਰਵਾਇਆ ਤਾਂ ਪਤਾ ਲੱਗਿਆ ਕਿ ਸੁਧਾਂਸ਼ੂ ਨੂੰ ਆਖਰੀ ਦਰਜੇ ਦਾ ਕੈਂਸਰ ਹੈ। ਇਹ ਪਤਾ ਲੱਗਦਿਆਂ ਹੀ ਸੁਧਾਂਸ਼ੂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਉਹ ਕੀ ਕਰੇ ਤੇ ਕਿਵੇਂ ਕਰੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਕਾਫੀ ਸਮਾਂ ਇਲਾਜ ਕਰਵਾਇਆ ਪਰ ਸਰੀਰ ਜਵਾਬ ਦਿੰਦਾ ਰਿਹਾ। ਇੱਕ ਦਿਨ ਦਿੱਲੀ ਦੇ ਸਭ ਤੋਂ ਵੱਡੇ ਕੈਂਸਰ ਹਸਪੀਟਲ ਦੇ ਵਿੱਚ ਕੈਂਸਰ ਦਾ ਇੱਕ ਵੱਡਾ ਡਾਕਟਰ ਵਿਦੇਸ਼ ਤੋਂ ਆਇਆ ਸੀ। ਜਦੋਂ ਸੁਧਾਂਸ਼ੂ ਨੂੰ ਪਤਾ ਲੱਗਿਆ ਤਾਂ ਸੁਧਾਂਸ਼ੂ ਨੇ ਪੈਸਿਆਂ ਦਾ ਇੱਕ ਬੈਗ ਭਰਿਆ ਤੇ ਉਸ ਡਾਕਟਰ ਨੂੰ ਮਿਲਣ ਵਾਸਤੇ ਗਿਆ। ਸਾਰੇ ਚੈੱਕਅਪ ਕਰਵਾਏ ਅਤੇ ਪੈਸਿਆਂ ਦਾ ਭਰਿਆ ਹੋਇਆ ਬੈਗ ਉਸਨੇ ਡਾਕਟਰ ਦੇ ਟੇਬਲ ਦੇ ਉੱਤੇ ਰੱਖ ਦਿੱਤਾ ਤੇ ਕਹਿਣ ਲੱਗਿਆ ਕਿ ਮੇਰੀ ਜਾਨ ਬਚਾ ਲਵੋ, ਮੇਰੇ ਕੋਲ ਬਹੁਤ ਪੈਸਾ ਹੈ, ਜਿੰਨਾ ਕਹੋਗੇ ਮੈਂ ਦੇ ਦੇਵਾਂਗਾ, ਪਰ ਮੇਰੀ ਜਾਨ ਬਚਾ ਲਵੋ। ਸਾਰਾ ਕੁਝ ਦੇਖਣ ਤੋਂ ਬਾਅਦ ਉਸ ਡਾਕਟਰ ਨੇ ਵੀ ਸੁਧਾਂਸ਼ੂ ਨੂੰ ਜਵਾਬ ਦੇ ਦਿੱਤਾ। ਗੁੱਸੇ ਦੇ ਵਿੱਚ ਆਏ ਹੋਏ ਸੁਧਾਂਸ਼ੂ ਨੇ ਉਹ ਪੈਸਿਆਂ ਦਾ ਭਰਿਆ ਹੋਇਆ ਬੈਗ ਚੁੱਕਿਆ ਤੇ ਬਾਹਰ ਆ ਕੇ ਹਸਪੀਟਲ ਦੇ ਵਿੱਚੋਂ ਵਿੱਚ ਹੀ ਉਹ ਪੈਸੇ ਖਿਲਾਰਨੇ ਸ਼ੁਰੂ ਕਰ ਦਿੱਤੇ। ਕਰੋੜਾਂ ਰੁਪਇਆ ਉਹ ਫਰਸ਼ ਦੇ ਉੱਤੇ ਖਿਲਾਰਦਾ ਰਿਹਾ ਤੇ ਇਹ ਕਹਿੰਦਾ ਰਿਹਾ ਕਿ ਇਹ ਪੈਸਾ ਕਿਸੇ ਕੰਮ ਦਾ ਨਹੀਂ, ਇਹ ਪੈਸਾ ਤੁਹਾਡੀ ਜਾਨ ਤੇ ਜ਼ਿੰਦਗੀ ਨਹੀਂ ਬਚਾ ਸਕਦਾ, ਇਹ ਪੈਸਾ ਮਿੱਟੀ ਹੈ। ਲੋਕ ਇਹ ਸਭ ਕੁਝ ਦੇਖਦੇ ਰਹੇ ਪਰ ਉਸ ਦੇ ਖਿਲਾਰੇ ਹੋਏ ਪੈਸਿਆਂ ਦੇ ਵਿੱਚੋਂ ਇੱਕ ਵੀ ਨੋਟ ਚੁੱਕਣ ਦੀ ਹਿੰਮਤ ਕਿਸੇ ਦੀ ਨਹੀਂ ਪਈ। ਕੀ ਤੁਹਾਨੂੰ ਪਤਾ ਹੈ ਕਿ ਉਹ ਪੈਸਾ ਕਿਸੇ ਨੇ ਕਿਉਂ ਨਹੀਂ ਚੱਕਿਆ? ਕਿਉਂਕਿ ਲੋਕ ਮੰਨਦੇ ਸੀ ਕਿ ਜੇਕਰ ਇਹ ਪੈਸਾ ਇਸ ਦੇ ਕੰਮ ਨਹੀਂ ਆਇਆ ਤੇ ਸਾਡੇ ਕੰਮ ਕੀ ਆਵੇਗਾ। ਪੈਸਾ ਕਿਸੇ ਦੇ ਨਾਲ ਨਹੀਂ ਜਾਣਾ, ਇਹ ਪੈਸਾ ਪਤਾ ਨਹੀਂ ਕਿਸ ਤਰ੍ਹਾਂ ਕਮਾਇਆ ਹੋਵੇਗਾ। ਸੋ ਇਸ ਗੱਲ ਤੋਂ ਡਰਦੇ ਲੋਕਾਂ ਨੇ ਉਹ ਪੈਸੇ ਨੂੰ ਹੱਥ ਤੱਕ ਨਹੀਂ ਲਗਾਇਆ। ਕਾਫੀ ਸਮਾਂ ਉਹ ਪੈਸਾ ਉੱਥੇ ਹੀ ਪਿਆ ਰਿਹਾ ਤੇ ਲੋਕਾਂ ਦੇ ਪੈਰਾਂ ਦੇ ਵਿੱਚ ਰੁਲਦਾ ਰਿਹਾ। ਕੁਝ ਸਮੇਂ ਬਾਅਦ ਸੁਧਾਂਸ਼ੂ ਦੇ ਬੰਦੇ ਆਏ ਤੇ ਉਹ ਪੈਸਾ ਇਕੱਠਾ ਕਰਕੇ ਵਾਪਸ ਲੈ ਗਏ। ਅੱਜ ਕੱਲ੍ਹ ਸੁਧਾਂਸ਼ੂ ਦਾ ਇਲਾਜ ਅਮਰੀਕਾ ਦੇ ਵਿੱਚ ਚੱਲ ਰਿਹਾ ਹੈ। ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਉਸ ਫਰਸ਼ ਉੱਤੇ ਪਏ ਪੈਸੇ ਨੂੰ ਕਿਸੇ ਨੇ ਕਿਉਂ ਨਹੀਂ ਚੁੱਕਿਆ। ਜੇਕਰ ਸੁਧਾਂਸ਼ੂ ਮਥੁਰਾ ਦਾਸ ਨੂੰ ਪੈਸੇ ਦੇ ਦਿੰਦਾ ਕਿ ਉਸ ਦੀ ਲੜਕੀ ਦੀ ਜਾਨ ਬਚ ਸਕਦੀ ਸੀ। ਜੋ ਵੀ ਅੱਜ ਸੁਧਾਂਸ਼ੂ ਦਾ ਹਾਲ ਹੈ, ਕਿ ਉਹ ਮਥੁਰਾ ਦਾਸ ਕਰਕੇ ਹੈ? ਇਹ ਸਭ ਸਵਾਲਾਂ ਦੇ ਜਵਾਬ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੇਣਾ।